ਹੈਲੋ ਡੀਅਰ ਸਟੂਡੈਂਟਸ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬ ਅਚੀਵਮੈਂਟ ਸਰਵੇ ਦੀ ਆਪਾਂ ਤਿਆਰੀ ਕਰ ਰਹੇ ਹਾਂ, ਠੀਕ ਹੈ। ਔਰ ਇੰਤਜ਼ਾਰ ਦੀਆਂ ਘੜੀਆਂ ਲਗਭਗ ਖਤਮ ਹੋ ਗਈਆਂ ਔਰ ਤੁਹਾਡਾ ਜਿਹੜਾ ਫਾਈਨਲ ਪੈਸ ਐਗਜ਼ਾਮ ਜਿਹੜਾ ਹੋਣ ਜਾ ਰਿਹਾ, ਠੀਕ ਹੈ। ਤੁਹਾਨੂੰ ਪਤਾ ਹੈ ਕਿ 11/11/2020 ਤੋਂ ਸਟਾਰਟ ਹੋ ਰਹੇ, ਠੀਕ ਹੈ। ਸਾਰੇ ਵਿਸ਼ਿਆਂ ਤੁਹਾਡੇ ਪੇਪਰ, ਸੋ ਡੇਟ ਸ਼ੀਟ ਤੁਹਾਨੂੰ ਮਿਲ ਗਈ ਹੋਣੀ ਹੈ, ਠੀਕ ਹੈ। ਤੁਹਾਡੀ ਤਿਆਰੀ ਕਰਨੀ ਫੁੱਲ। ਤਾਂ ਉਹਦੇ ਲਈ ਆਪਾਂ ਰਿਵੀਜ਼ਨ ਟੈਸਟ, ਜਿਹੜਾ ਫਾਈਨਲ ਰਿਵੀਜ਼ਨ ਟੈਸਟ ਤੁਹਾਨੂੰ ਮਿਲਿਆ ਹੈਗਾ, ਆਓ ਆਪਾਂ ਉਹਦੀ ਆਨਸਰ ਕੀ ਡਿਸਕਸ ਕਰਦੇ ਹਾਂ, ਠੀਕ ਹੈ। ਤੁਸੀਂ ਆਪਣੇ ਆਪਣੇ ਮਾਰਕਸ ਜਿਹੜੇ ਆ ਜੋੜਨੇ ਨਾਲ ਔਰ ਜਿਹੜੀਆਂ ਗੱਲਾਂ ਤੁਹਾਨੂੰ ਨਹੀਂ ਪਤਾ ਲੱਗੀਆਂ ਔਰ ਨਾਲ ਸਿੱਖਣੀਆਂ ਵੀ, ਠੀਕ ਹੈ। ਤਾਂ ਪਹਿਲਾ ਕੁਐਸਚਨ ਸੀ, ਮੈਥ ਦਾ ਪੁੱਤਰ ਆਪਣੇ ਕੋਲ ਪਵਿੱਤਰ ਕੋਲ ਇੱਕ ਵੱਡਾ ਕੱਪ ਹੈ ਜਿਸ ਵਿੱਚ ਕੁੱਲ ਬੀਜਾਂ ਦਾ 9/10 ਭਾਗ ਹੀ ਬੀਜ ਆ ਸਕਦੇ ਹਨ। ਉਹ ਇਸ ਵੱਡੇ ਕੱਪ ਨੂੰ ਇੱਕ ਛੋਟੇ ਕੱਪ ਨਾਲ ਭਰਦਾ ਹੈ ਜਿਸ ਵਿੱਚ ਕੁੱਲ ਬੀਜਾਂ ਦਾ 3/10 ਭਾਗ ਬੀਜ ਆ ਸਕਦੇ ਹਨ, ਠੀਕ ਹੈ। ਮਤਲਬ 9 ਹਿੱਸੇ ਪਾਉਣੇ ਹੈਗੇ ਆਪਾਂ, ਠੀਕ ਹੈ। 3 ਹਿੱਸੇ ਇੱਕ ਕੱਪ 'ਚ ਪੈਂਦੇ ਆ, ਤਾਂ ਪੂਰੇ 9 ਹਿੱਸੇ ਕਰਨ ਵਾਸਤੇ ਯਾਨੀ ਕਿ ਆਪਣੇ ਕੋਲ 3 ਕੱਪ ਹੋਰ ਪਾਉਣੇ ਪੈਣਗੇ ਤਾਂ ਕਿ ਆਪਣੇ ਕੋਲ ਰਾਈਟ ਆਪਸ਼ਨ 3 ਆ ਜਾਏਗਾ, ਠੀਕ ਹੈ। 9/10 ਪੂਰਾ ਹੋ ਜਾਏਗਾ, ਯਾਨੀ ਕਿ 3/10 ਨੂੰ ਜਦੋਂ ਆਪਾਂ 3 ਨਾਲ ਗੁਣਾ ਕਰਾਂਗੇ ਕਿੰਨਾ ਬਣ ਜਾਏਗਾ, 3 ਤੀਆ 9/10 ਪੂਰਾ ਹੋ ਜਾਏਗਾ, ਠੀਕ ਹੈ। ਸੋ ਨੈਕਸਟ ਕੁਐਸਚਨ ਆਪਣੇ ਕੋਲ ਸੀਗਾ, ਤੁਹਾਡੇ ਸਾਹਮਣੇ ਦੋ ਦੇਖੋ ਰੇਖਾਵਾਂ ਦਿੱਤੀਆਂ ਹੋਈਆਂ ਹੈਗੀਆਂ ਔਰ ਰੇਖਾਵਾਂ ਜਦੋਂ ਵੀ ਇਸ ਤਰ੍ਹਾਂ ਦੀਆਂ ਕਾਟਵੀਆਂ ਰੇਖਾਵਾਂ ਬਣਦੀਆਂ, ਦੋ ਜਿੱਥੇ ਕਾਂਟਾ ਬਣਦਾ ਹੋਵੇ, ਕ੍ਰੋਸ ਬਣਦਾ ਹੋਵੇ, ਉੱਥੇ ਜਿਹੜਾ ਆਮੋ ਸਾਹਮਣੇ ਵਾਲੇ ਕੋਣ ਇਸ ਤਰ੍ਹਾਂ ਦੇ ਜਿਹੜੇ ਬਣਦੇ ਹੈਗੇ ਆ, ਇਹ ਅਤੇ ਇਹ ਕੋਣ, ਇਹ ਹੁੰਦੇ ਹੈਗੇ ਆਪਣੇ ਕੋਲੇ ਵਰਟੀਕਲ ਓਪੋਜ਼ਿਟ ਐਂਗਲਸ, ਯਾਨੀ ਕਿ ਸਿਖਰ ਸਨਮੁਖ ਕੋਣ ਦੇ, ਠੀਕ ਹੈ। ਔਰ ਇਹ ਆਪਸ ਵਿੱਚ ਬਰਾਬਰ ਹੁੰਦੇ ਆ। ਤਾਂ ਕੋਣ ਨੰਬਰ 1 ਦੇ 80 ਡਿਗਰੀ ਦਾ ਹੋਊਗਾ ਤਾਂ ਕੋਣ ਨੰਬਰ 2 ਵੀ ਕਿੰਨਾ ਹੋਏਗਾ, 80 ਡਿਗਰੀ ਦਾ ਹੀ ਹੋਵੇਗਾ। ਸਮਝ ਲੱਗ ਗਈ। ਇਸੇ ਤਰ੍ਹਾਂ ਹੀ ਜੇ ਕੋਣ ਨੰਬਰ 3 ਅਤੇ ਕੋਣ ਨੰਬਰ 4 ਵੀ ਬਰਾਬਰ ਹੋਣਗੇ, ਠੀਕ ਹੈ। ਅਤੇ ਜੇ ਇਹ 100 ਡਿਗਰੀ ਦਾ, ਇਹ ਵੀ ਕਿੰਨਾ 100 ਡਿਗਰੀ ਦਾ ਹੀ ਬਣੇਗਾ, ਠੀਕ ਹੈ। ਤਾਂ ਇੱਥੇ ਆਪਣਾ ਰਾਈਟ ਆਪਸ਼ਨ ਕੀ ਹੈ, 80 ਡਿਗਰੀ, ਆਪਸ਼ਨ ਏ। ਕੁਐਸਚਨ ਨੰਬਰ 3 ਸੀਗਾ ਪੁੱਤਰ ਆਪਣੇ ਕੋਲ, ਜਸਪ੍ਰੀਤ ਕੋਲ ਜਿੰਨੇ ਬੰਟੇ ਹਨ, ਅਰਮਾਨ ਕੋਲ ਉਸਦੇ ਬੰਟਿਆਂ ਦੀ ਸੰਖਿਆ ਦੇ ਅੱਧੇ ਤੋਂ 5 ਬੰਟੇ ਘੱਟ ਹਨ, ਠੀਕ ਹੈ। ਜਸਪ੍ਰੀਤ ਕੋਲ 30 ਬੰਟੇ, ਜਸਪ੍ਰੀਤ ਕੋਲ 30 ਬੰਟੇ ਹੈਗੇ ਆ, ਤਾਂ 30 ਦਾ ਅੱਧ ਕਿੰਨਾ ਬਣ ਗਿਆ ਵੀ ਆਪਣੇ ਕੋਲ 15। 15 ਤੋਂ ਕਿੰਨੇ ਘੱਟ ਹੈਗੇ ਆਪਣੇ ਕੋਲ, 15 ਤੋਂ ਘੱਟ ਹੈਗੇ ਆ 5, ਇਟ ਮੀਨਸ 5 ਮਾਈਨਸ ਕਰ ਦਿਓ, ਵਿੱਚੋਂ ਕਿੰਨਾ ਰਹਿ ਗਿਆ 10। ਤਾਂ 10 ਬੰਟੇ ਜਿਹੜੇ ਹੈਗੇ ਆ, ਆਪਸ਼ਨ ਸੀ ਕਰੈਕਟ ਹੋ ਗਿਆ ਆਪਣੇ ਕੋਲ, ਅਰਮਾਨ ਕੋਲ ਹੋਣਗੇ। ਪ੍ਰਸ਼ਨ ਨੰਬਰ 4, ਇੱਕ ਕਾਰ ਵਿੱਚ 4 ਘੰਟੇ ਵਿੱਚ 200 ਕਿਲੋਮੀਟਰ ਦੂਰੀ ਤੈਅ ਕਰਦੀ ਹੈ। ਇਹ ਕਾਰ 1 ਘੰਟੇ ਵਿੱਚ ਕਿੰਨੀ ਦੂਰੀ ਤੈਅ ਕਰੇਗੀ। ਤਾਂ ਸਿੰਪਲ ਭਾਗ ਕਰਨਾ ਸੀ ਆਪਾਂ, 200 ਨੂੰ 4 ਨਾਲ ਭਾਗ ਕਰੋਗੇ ਕਿੰਨਾ ਆ ਜਾਏਗਾ ਆਪਣੇ ਕੋਲ 50 ਆ ਜਾਏਗਾ, ਠੀਕ ਹੈ। ਕਿੰਨਾ ਆ ਜਾਏਗਾ 50, ਯਾਨੀ ਕਿ ਆਪਸ਼ਨ ਡੀ ਕਰੈਕਟ ਹੋ ਗਿਆ, ਠੀਕ। ਸਵਾਲ ਨੰਬਰ 5 ਸੀ ਬੇਟਾ ਆਪਣੇ ਕੋਲ, ਅਮਨਦੀਪ ਇੱਕ ਕੇਕ ਬਣਾਉਣ ਲਈ 2/3 ਕੱਪ ਚੀਨੀ ਪਾਉਂਦਾ ਹੈਗਾ ਤਾਂ 4/3 ਕੱਪ ਮੈਦੇ ਦੇ ਵਰਤਦਾ, ਤਾਂ ਉਸਨੇ ਕੁੱਲ ਕਿੰਨੇ ਕੱਪ ਸਮੱਗਰੀ ਵਰਤੀ। 2/3 ਪਲੱਸ ਸੀਗਾ ਆਪਣੇ ਕੋਲ 4/3 ਮੈਦਾ, ਤਾਂ ਟੋਟਲ ਹੋ ਗਿਆ ਆਪਣੇ ਕੋਲ 6/3, ਤਾਂ ਕਿੰਨਾ ਗਿਆ ਕੱਟ ਕੇ ਆਪਣੇ ਕੋਲ 2, ਤਾਂ 2 ਕੱਪ ਟੋਟਲ ਜਿਹੜੇ ਉਸਨੇ ਸਮੱਗਰੀ ਦੇ ਵਰਤੇ, ਠੀਕ ਹੈ। ਆਪਸ਼ਨ ਬੀ ਕਰੈਕਟ ਹੋ ਗਿਆ। ਸਾਇੰਸ ਦੇ ਪ੍ਰਸ਼ਨ ਆ ਜੋ ਬੇਟਾ ਆਪਣੇ ਕੋਲ ਹੈ, ਰੋਹਿਤ ਦੇ ਮਾਤਾ ਹੀਟਰ 'ਤੇ ਖਾਣਾ ਬਣਾ ਰਹੇ ਸੀ। ਰੋਹਿਤ ਨੇ ਵੇਖਿਆ ਕਿ ਹੀਟਰ ਦੀ ਕੋਇਲ ਜਿਹੜਾ ਸਪਰਿੰਗ ਜਿਹਾ ਪਾਇਆ ਹੁੰਦਾ, ਜਿਸ ਨੂੰ ਐਲੀਮੈਂਟ ਕਹਿੰਦੇ ਹੈਗੇ ਆ, ਬਹੁਤ ਗਰਮ ਹੋ ਚੁੱਕਿਆ ਹੁੰਦਾ। ਉਹ ਹੈਰਾਨ ਸੀ ਕਿ ਬਿਜਲੀ ਨਾਲ ਚੱਲ ਰਿਹਾ ਹੀਟਰ ਦੀ ਕੋਇਲ ਇੰਨੀ ਗਰਮ ਹੋ ਜਾਂਦੀ ਹੈ, ਕਿਵੇਂ ਹੋ ਜਾਂਦੀ ਹੈ, ਠੀਕ ਹੈ। ਤਾਂ ਕੀ ਤੁਸੀਂ ਦੱਸ ਸਕਦੇ ਹੋ ਕਿ ਇਹ ਕਿਉਂ ਹੋਇਆ, ਕਿਹੜੇ ਪ੍ਰਭਾਵ ਦੇ ਕਾਰਨ ਹੋਇਆ। ਤਾਂ ਇਹ ਹੁੰਦਾ ਬਿਜਲੀ ਦਾ ਤਾਪਨ ਪ੍ਰਭਾਵ ਹੁੰਦਾ ਬੇਟਾ ਆਪਣੇ ਕੋਲ, ਹੀਟਿੰਗ ਇਫੈਕਟ ਆਫ ਕਰੰਟ ਜਿਹਨੂੰ ਆਪਾਂ ਕਹਿੰਦੇ ਹਾਂ, ਜਿਸ ਦੇ ਕਰਕੇ ਗਰਮ ਹੋ ਜਾਂਦੀ ਹੈ, ਠੀਕ ਹੈ, ਤਾਰ ਸਪਰਿੰਗ ਜਿਹੜਾ। ਉਸ ਤੋਂ ਬਾਅਦ ਸਵਾਲ ਨੰਬਰ 7, ਅਧਿਆਪਕ ਗਰਾਊਂਡ ਵਿੱਚ ਵਿਦਿਆਰਥੀਆਂ ਨੂੰ ਬਿਠਾ ਕੇ ਪੇਪਰ ਲੈ ਰਹੇ ਸੀ। ਸੂਰਜ ਦੀ ਧੁੱਪ ਕਾਰਨ ਜਦੋਂ ਰੋਹਿਤ ਨੂੰ ਗਰਮੀ ਲੱਗਣ ਲੱਗੀ ਤਾਂ ਉਸਨੇ ਸੋਚਿਆ ਕਿ ਸੂਰਜ ਤੋਂ ਧਰਤੀ ਤੱਕ ਗਰਮੀ ਬਿਨਾਂ ਕਿਸੇ ਮਾਧਿਅਮ ਤੋਂ ਕਿਸ ਵਿਧੀ ਰਾਹੀਂ ਪਹੁੰਚਦੀ ਹੋਵੇਗੀ। ਤਾਂ ਕਿਹੜੀ ਵਿਧੀ ਹੈ ਬੇਟਾ ਉਹ, ਉਸਨੂੰ ਬੋਲਦੇ ਆਪਾਂ ਵਿਕਿਰਨ ਵਿਧੀ। ਡਿਊ ਟੂ ਰੇਡੀਏਸ਼ਨ ਇਹ ਲਾਈਟ ਜਿਹੜੀ ਆਪਣੇ ਤੱਕ ਹੀਟ ਪਹੁੰਚਦੀ ਹੈ, ਠੀਕ ਹੈ। ਪ੍ਰਸ਼ਨ ਨੰਬਰ 8, ਵਿਸ਼ਾਲ ਨੇ ਵੇਖਿਆ ਕਿ ਉੱਨ ਬਣਾਉਣ ਲਈ ਭੇਡਾਂ ਦੇ ਵਾਲ ਕੱਟੇ ਜਾ ਰਹੇ ਸਨ ਜੋ ਕਿ ਬਹੁਤ ਹੀ ਗੰਦੇ ਸੀ, ਪਰ ਉਸਨੂੰ ਇਹ ਹੈਰਾਨੀ ਸੀ ਕਿ ਜਦੋਂ ਉਸਦੇ ਮਾਤਾ ਉੱਨ ਖਰੀਦ ਕੇ ਲੈ ਕੇ ਆਏ ਤਾਂ ਉਹ ਬਿਲਕੁਲ ਸਾਫ਼ ਸੀ। ਤਾਂ ਉਸਨੇ ਆਪਣੇ ਅਧਿਆਪਕ ਤੋਂ ਪੁੱਛਿਆ ਕਿ ਇਹ ਉੱਨ ਇੰਨੀ ਸਾਫ਼ ਕਿਵੇਂ ਹੋਈ। ਤਾਂ ਸਾਫ਼ ਹੁੰਦੀ ਬੇਟਾ ਉੱਨ ਸਕੋਰਿੰਗ ਕਰਕੇ, ਯਾਨੀ ਕਿ ਅਭਿਮਾਰਜਨ ਕਰਕੇ, ਠੀਕ ਹੈ। ਸੋ ਪ੍ਰਸ਼ਨ ਨੰਬਰ 9, ਪ੍ਰਿਆ ਦੀ ਸਿਹਤ ਖਰਾਬ ਹੋਣ 'ਤੇ ਉਸ ਦਾ ਭਰਾ ਉਸ ਨੂੰ ਡਾਕਟਰ ਕੋਲ ਲੈ ਗਿਆ। ਡਾਕਟਰ ਨੇ ਪ੍ਰਿਆ ਦੇ ਕਲਾਈ ਕੋਲ ਆਪਣੇ ਹੱਥ ਦੀਆਂ 2 ਉਂਗਲਾਂ ਲਗਾ ਕੇ ਕੁਝ ਮਹਿਸੂਸ ਕੀਤਾ। ਤਾਂ ਪ੍ਰਿਆ ਦੇ ਭਰਾ ਨੇ ਡਾਕਟਰ ਨੂੰ ਪੁੱਛਿਆ ਕਿ ਤੁਸੀਂ ਇਹ ਕਲਾਈ 'ਤੇ ਯਾਨੀ ਗੁੱਟ 'ਤੇ ਹੱਥ ਰੱਖ ਕੇ ਕੀ ਮਹਿਸੂਸ ਕਰਦੇ ਹੋ। ਤਾਂ ਦੇਖੋ ਬੇਟਾ, ਗੁੱਟ ਦੇ ਆਪਣੇ ਜਿਹੜੇ ਡਾਕਟਰ ਜੋ ਚੈੱਕ ਕਰਦਾ ਹੁੰਦਾ ਤਾਂ ਉਹ ਧੜਕਣ ਨਹੀਂ ਹੁੰਦੀ, ਬੁਖਾਰ ਨਹੀਂ ਹੁੰਦਾ ਹੈਗਾ,
ਤਾਂ ਉਹ ਨਬਜ਼ ਚੈੱਕ ਕਰਦਾ, ਠੀਕ ਹੈ, ਆਪਣੀ ਪਲਸ ਦੀ ਜਿਹੜੀ ਹੈਗੀ ਆ ਗਤੀ ਚੈੱਕ ਕਰਦਾ। ਸਾਇੰਸ ਦਾ 10ਵਾਂ ਪ੍ਰਸ਼ਨ ਬੇਟਾ ਆਪਣੇ ਕੋਲ ਹੈ, ਕਲਾਸ ਵਿੱਚ ਕਿਰਿਆ ਕਰਵਾਉਂਦੇ ਹੋਏ ਅਧਿਆਪਕ ਨੇ ਇੱਕ ਗੋਲਾਕਾਰ ਡਿਸਕ ਲਿਆਂਦੀ ਜਿਸ ਦੇ ਉੱਪਰ 7 ਰੰਗ ਕੀਤੇ ਹੋਏ ਸੀ, ਪਰੰਤੂ ਜਦੋਂ ਉਸ ਡਿਸਕ ਨੂੰ ਘੁਮਾਇਆ ਤਾਂ 7 ਰੰਗਾਂ ਦੀ ਬਜਾਏ ਸਿਰਫ ਇੱਕੋ ਰੰਗ ਦਿਖ ਰਿਹਾ ਸੀ, ਸਫੇਦ ਰੰਗ। ਕੀ ਤੁਸੀਂ ਇਸ ਯੰਤਰ ਦਾ ਨਾਮ ਦੱਸ ਸਕਦੇ ਹੋ ਕਿ ਇਸ ਡਿਵਾਈਸ ਨੂੰ ਕੀ ਕਹਿੰਦੇ ਹੈਗੇ ਆ? ਤਾਂ ਇਸ ਡਿਵਾਈਸ ਨੂੰ ਬੇਟਾ ਬੋਲਦੇ ਹੈਗੇ ਆ ਨਿਊਟਨ ਡਿਸਕ। ਕੀ ਬੋਲਦੇ ਆਪਾਂ? ਨਿਊਟਨ ਡਿਸਕ। ਪ੍ਰਸ਼ਨ ਨੰਬਰ 11 ਆ ਜਾਓ ਬੇਟਾ ਹੁਣ ਇੰਗਲਿਸ਼ 'ਤੇ, ਠੀਕ ਹੈ, ਔਰ ਇੰਗਲਿਸ਼ ਦਾ ਤੁਹਾਨੂੰ ਇੱਕ ਪੈਸੇਜ ਗਿਵਨ ਹੈਗਾ, ਪੈਸੇਜ ਨੂੰ ਧਿਆਨ ਨਾਲ ਪੜ੍ਹਨਾ ਹੈਗਾ। ਆਓ ਪੜ੍ਹੀਏ। ਕਹਿੰਦਾ some animals, if trained properly and given the love they deserve, they can prove more useful and faithful than human beings. This fact has been proved by scientific research. ਕਹਿੰਦਾ ਕੁਛ ਜਾਨਵਰ ਐਸੇ ਹੁੰਦੇ ਜਿਨ੍ਹਾਂ ਨੂੰ ਪਿਆਰ ਨਾਲ ਪਾਲਿਆ ਜਾਵੇ ਤਾਂ ਇਹ ਮਨੁੱਖ ਨਾਲੋਂ ਵੀ ਜ਼ਿਆਦਾ ਆਪਣੇ ਇਮਾਨਦਾਰ ਅਤੇ ਵਫਾਦਾਰ ਨਿਕਲਦੇ ਆ। ਹਾਊਐਵਰ ਇਨ ਇੰਡੀਆ ਦਾ ਪਿਕਚਰ ਇਜ਼ ਸ਼ੌਕਿੰਗ। ਪਰੰਤੂ ਭਾਰਤ ਵਿੱਚ ਜਿਹੜੀ ਤਸਵੀਰ ਜਿਹੜੀ ਹੈਗੀ ਹੈ ਇੰਨੀ ਵਧੀਆ ਨਹੀਂ ਹੈ। Even in big cities like Delhi, we can see a number of animals such as cows, pigs, buffaloes, horses, dogs, cats and bull roaming outside freely in search of food and shelter. ਭਾਰਤ ਵਿੱਚ ਖਾਸ ਕਰਕੇ ਦਿੱਲੀ ਵਿੱਚ ਜਿਹੜਾ ਹੈਗਾ ਕਈ ਜਾਨਵਰ ਜਿਹੜੇ ਹੈਗੇ ਆ ਅਕਸਰ ਸੜਕਾਂ 'ਤੇ ਅਵਾਰਾ ਘੁੰਮਦੇ ਆਪਣੇ ਭੋਜਨ ਦੀ ਭਾਲ ਵਿੱਚ ਫਿਰਦੇ ਰਹਿੰਦੇ ਆ। These stray animals, when they get old, are abandoned by their owners. ਠੀਕ ਹੈ, they are left at the mercy of nature, causing serious accidents on many occasions. In fact, these animals and birds are living beings like us. ਅਸਲ 'ਚ ਕੀ ਹੈਗਾ, ਇਹ ਵੀ ਜਾਨਵਰ ਆਪਣੇ ਵਰਗੇ ਹੀ ਆ। We should cultivate love and a feeling of compassion for these animals and birds. ਸਾਨੂੰ ਵੀ ਇਹਨਾਂ ਪ੍ਰਤੀ ਪਿਆਰ ਅਤੇ ਦਇਆ ਦੀ ਭਾਵਨਾ ਰੱਖਣੀ ਚਾਹੀਦੀ ਹੈ। At no cost they can should they be considered inferior. ਇਹਨਾਂ ਨੂੰ ਕਿਸੇ ਤਰ੍ਹਾਂ ਵੀ ਘਟੀਆ ਨਹੀਂ ਮੰਨਣਾ ਚਾਹੀਦਾ। ਸੋ ਇਹ ਬੇਟਾ ਪਾਲਤੂ ਜਾਨਵਰਾਂ ਨਾਲ ਪਿਆਰ ਕਰਨਾ ਚਾਹੀਦਾ, ਠੀਕ ਹੈ। ਸੋ ਪ੍ਰਸ਼ਨ ਨੰਬਰ 11 ਪੜ੍ਹਦੇ ਆਪਾਂ। ਹੂ ਇਫ ਟ੍ਰੇਨਡ ਪ੍ਰੋਪਰਲੀ ਐਂਡ ਗਿਵਨ the love they deserve can prove to be more faithful than any human beings ਤਾਂ some animals ਪੜ੍ਹਿਆ ਸੀ ਆਪਾਂ। ਪ੍ਰਸ਼ਨ ਨੰਬਰ 12 ਨੇਮ ਦਾ ਸਿਟੀ ਮੈਂਸ਼ਨਡ ਇਨ ਦਾ ਪੈਸੇਜ। ਕਿਹੜੀ ਸਿਟੀ ਦੀ ਗੱਲ ਕੀਤੀ ਗਈ ਹੈ ਇਹਦੇ ਵਿੱਚ? ਦਿੱਲੀ ਦੀ, ਠੀਕ ਹੈ। ਹੂ ਆਰ ਅਬੰਡਨਡ ਬਾਏ ਦੇਅਰ ਓਨਰਸ। ਮਾਲਕਾਂ ਦੁਆਰਾ ਕਿਸ ਨੂੰ ਛੱਡ ਦਿੱਤਾ ਜਾਂਦਾ ਹੈਗਾ? ਸਟਰੇ ਐਨੀਮਲਸ ਨੂੰ, ਠੀਕ ਹੈ। ਤਾਂ ਵਾਟ ਇਜ਼ ਦਾ ਐਂਟੋਨਿਮ ਆਫ ਦਾ ਵਰਡ ਸੁਪੀਰੀਅਰ? ਸੁਪੀਰੀਅਰ ਮਤਲਬ ਹੁੰਦਾ ਹੈਗਾ ਵਧੀਆ, ਤਾਂ ਇਸ ਦਾ ਵਿਰੋਧੀ ਸ਼ਬਦ ਕੀ ਬਣੇਗਾ? ਘਟੀਆ, ਯਾਨੀ ਕਿ ਇਨਫੀਰੀਅਰ। ਤਾਂ ਵਟ ਕੁਆਲਿਟੀਜ਼, ਪ੍ਰਸ਼ਨ ਨੰਬਰ 15 should human being have for stray animals and birds? ਤਾਂ ਮਨੁੱਖ ਨੂੰ ਇਹਨਾਂ ਜਾਨਵਰਾਂ ਪ੍ਰਤੀ ਕਿਸ ਤਰ੍ਹਾਂ ਦਾ ਰਵੱਈਆ ਕਰਨਾ ਚਾਹੀਦਾ ਹੈ? ਲਵ ਅਤੇ ਕੰਪੈਸ਼ਨ ਵਾਲਾ, ਪਿਆਰ ਅਤੇ दया भावना वाला। सो हिंदी के प्रश्न देखते हैं बेटा। भारत शब्द के वर्ण विच्छेद से संबंधित सही विकल्प चुने। ये आपने करना है प्रश्न, ठीक है। कमेंट बॉक्स में आंसर बताना आपने। निम्नलिखित शब्दों में से किस शब्द में आधा र अर्थात रिफ का प्रयोग हुआ है? ये भी आपने बताना है, ठीक है, इसका आंसर। प्रश्न नंबर 18 देखते हैं। पंजाबी शब्द अक्षर का सही हिंदी भाषा में अनुवाद क्या हुआ शब्द कौन सा है? तो हिंदी भाषा में अक्षर को क्या बोलते हैं? अक्षर बोलते हैं, और इसको ख की तरह सही लिखा जाता है, अक्षर। अगला है पुत्री शब्द का पुल्लिंग शब्द कौन सा होगा? पुत्री शब्द का पुल्लिंग, सो चेंज द जेंडर, पुत्र होगा, ठीक है, इसका पुत्री का पुत्र। तो नेक्स्ट है भारत के बच्चे होने के नाते आप क्या करना चाहोगे? क्या करना चाहोगे भाई? तो आप नई उमंगों आशाओं का संदेशा देना चाहोगे, ठीक है। कुछ करके दिखलाना चाहोगे, ठीक है। ऊंचाइयों को छूना चाहेंगे, ये भी ठीक है। तो उपयुक्त तो सभी आंसर सही है, इसलिए सही इस क्वेश्चन का आंसर क्या होगा? ऑप्शन डी। ਅੱਗੇ ਆ ਜਾਓ ਬੇਟਾ ਜੀ, ਪੰਜਾਬੀ ਦੇ ਪ੍ਰਸ਼ਨ ਦੇਖਦੇ ਹਾਂ ਜੀ ਆਪਾਂ। ਪ੍ਰਸ਼ਨ ਨੰਬਰ 21 ਕਹਿੰਦਾ ਹੈ ਮਾਂ ਕਿਸ ਲਈ ਮੰਨਤਾਂ ਧਾਰਦੀ ਹੈ? ਤੁਸੀਂ ਪੜ੍ਹਿਆ ਲੈਸਨ ਉਹਦੇ ਵਿੱਚ, ਮਾਂ ਕਿਸ ਲਈ ਮੰਨਤਾਂ ਧਾਰਦੀ ਹੈ? ਨਾ ਤਾਂ ਸੋਹਣੇ ਕੱਪੜਿਆਂ ਲਈ, ਨਾ ਹੀ ਪੈਸਿਆਂ ਲਈ, ਨਾ ਹੀ ਸੋਹਣੇ ਘਰ ਲਈ, ਤਾਂ ਉਹ ਔਲਾਦ ਲਈ ਜਿਹੜਾ ਹੈਗਾ ਮੰਨਤਾਂ ਧਾਰਦੀ ਹੈ। ਮੇਮ ਦੀਆਂ ਕਿਆਰੀਆਂ ਵਿੱਚ ਕਿਹੜੇ ਫੁੱਲ ਖਿੜੇ ਹੋਏ ਸਨ? ਤਾਂ ਇਹ ਲੈਸਨ ਤੁਸੀਂ ਪੜ੍ਹਿਆ, ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ। ਤੁਸੀਂ ਇਹਦਾ ਆਨਸਰ ਜਿਹੜਾ ਕਮੈਂਟ ਬਾਕਸ ਵਿੱਚ ਦੱਸਿਓ ਵੀ 22ਵੇਂ ਪ੍ਰਸ਼ਨ ਦਾ
ਆਨਸਰ ਕੀ ਆਏਗਾ। ਠੀਕ ਹੈ। ਪ੍ਰਸ਼ਨ ਨੰਬਰ 23, ਪੂਜਾ ਪਾਠ ਸਮੇਂ ਘੜੇ ਦੇ ਪਾਣੀ ਨੂੰ ਲੋਕ ਕੀ ਕਹਿੰਦੇ ਹਨ। ਜਦੋਂ ਪੂਜਾ ਪਾਠ ਕਰਦੇ ਹਾਂ ਤਾਂ ਘੜੇ ਦੇ ਪਾਣੀ ਨੂੰ ਕੁੰਭ ਦਾ ਜਲ ਕਹਿ ਕੇ ਸਤਿਕਾਰ ਦਿੱਤਾ ਜਾਂਦਾ ਹੈ। ਠੀਕ ਹੈ। ਸੋ ਪ੍ਰਸ਼ਨ ਨੰਬਰ 24, ਤੁਹਾਡਾ ਭਰਾ ਪੜ੍ਹਦਾ ਬਹੁਤ ਹੈ ਪਰ ਖੇਡਦਾ ਬਿਲਕੁਲ ਨਹੀਂ, ਤਾਂ ਤੁਸੀਂ ਕੀ ਕਰੋਗੇ। ਮਾਤਾ ਪਿਤਾ ਨੂੰ ਸ਼ਿਕਾਇਤ ਕਰੋਗੇ, ਅਧਿਆਪਕ ਨੂੰ ਸ਼ਿਕਾਇਤ ਕਰੋਗੇ, ਪੜ੍ਹਾਈ 'ਤੇ ਹੀ ਧਿਆਨ ਰੱਖਣ ਲਈ ਕਹੋਗੇ, ਜਾਂ ਫਿਰ ਪੜ੍ਹਾਈ ਦੇ ਨਾਲ ਨਾਲ ਖੇਡਾਂ ਦੀ ਮਹੱਤਤਾ ਬਾਰੇ ਦੱਸੋਗੇ। ਤਾਂ ਬਿਲਕੁਲ ਸੱਸਾ ਆਪਸ਼ਨ ਸਹੀ ਹੈ। ਤੁਸੀਂ ਉਸ ਨੂੰ ਖੇਡਾਂ ਦੀ ਮਹੱਤਤਾ ਬਾਰੇ ਦੱਸੋਗੇ ਤਾਂ ਕਿ ਉਹ ਖੇਡਾਂ ਵਿੱਚ ਹਿੱਸਾ ਲਵੇ। ਪ੍ਰਸ਼ਨ ਨੰਬਰ 25, ਨਿਆਈ ਕਿਸ ਨੂੰ ਆਖਦੇ ਹਨ। ਤੁਸੀਂ ਅਕਸਰ ਪਿੰਡਾਂ ਵਿੱਚ ਸੁਣਿਆ ਹੋਵੇਗਾ ਕਿ ਨਿਆਈ ਵਾਲੀ ਜ਼ਮੀਨ ਆਪਣੀ ਨਾ ਵੀ ਸਾਡੀ ਪੈਲੀ ਨਿਆਈ 'ਚ ਹੈ। ਨਿਆਈ ਮਤਲਬ ਪਿੰਡ ਦੇ ਬਿਲਕੁਲ ਨੇੜੇ ਵਾਲੀ ਜ਼ਮੀਨ। ਠੀਕ ਹੈ। ਈਡੀ ਆਪਸ਼ਨ ਸਹੀ ਹੈ। ਪ੍ਰਸ਼ਨ ਨੰਬਰ 26, ਆ ਜਾਓ ਵੀ ਸਮਾਜਿਕ ਸਿੱਖਿਆ 'ਤੇ। ਸਮਾਜਿਕ ਸਿੱਖਿਆ ਕਰਨ ਤੋਂ ਪਹਿਲਾਂ ਧਿਆਨ ਨਾਲ ਚੈਨਲ ਨੂੰ ਬੇਟਾ ਜੀ ਸਬਸਕ੍ਰਾਈਬ ਕਰ ਲਓ। ਠੀਕ ਹੈ। ਔਰ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਘਰ ਬੈਠਿਆ ਤੁਹਾਨੂੰ ਵੀਡੀਓ ਜਿਹੜੀ ਹੈਗੀ ਆ ਹਰੇਕ ਵੀਡੀਓ ਮਿਲਦੀ ਰਹੇ। ਔਰ ਜੇ ਵੀਡੀਓ ਚੰਗੀ ਲੱਗ ਰਹੀ ਹੈ ਲਾਈਕ ਵੀ ਨੱਪ ਦਿਓ, ਠੋਕ ਦਿਓ ਲਾਈਕ ਫਟਾਫਟ। ਵੈਰੀ ਗੁੱਡ। ਸੋ ਪ੍ਰਸ਼ਨ ਨੰਬਰ 26 ਹੈ ਤੁਹਾਡੇ ਕੋਲ, ਸੁਖਮਨੀ ਆਪਣੇ ਵੱਡੇ ਭਰਾ ਨਾਲ ਪਾਰਕ ਵਿੱਚ ਘੁੰਮ ਰਹੀ ਸੀ। ਅਚਾਨਕ ਤੇਜ਼ ਹਨੇਰੀ, ਬੱਦਲ ਅਤੇ ਮੀਂਹ ਸ਼ੁਰੂ ਹੋ ਗਏ। ਸੁਖਮਨੀ ਨੇ ਆਪਣੇ ਭਰਾ ਤੋਂ ਪੁੱਛਿਆ ਕਿ ਇਹ ਕਿਰਿਆਵਾਂ ਵਾਯੂਮੰਡਲ ਦੇ ਕਿਸ ਮੰਡਲ ਵਿੱਚ ਹੁੰਦੀਆਂ ਹਨ। ਤੁਹਾਡੇ ਅਨੁਸਾਰ ਸਹੀ ਉੱਤਰ ਕੀ ਹੋਵੇਗਾ। ਤਾਂ ਕਿਹੜਾ ਸਹੀ ਆਪਸ਼ਨ ਆਪਣੇ ਕੋਲ, ਆਪਸ਼ਨ ਏ ਅਸ਼ਾਂਤੀ ਮੰਡਲ, ਸਮਤਾਪ ਮੰਡਲ, ਮੱਧਵਰਤੀ ਮੰਡਲ ਜਾਂ ਫਿਰ ਤਾਪ ਮੰਡਲ। ਤਾਂ ਪ੍ਰਸ਼ਨ ਨੰਬਰ 26 ਦਾ ਰਾਈਟ ਆਨਸਰ ਤੁਹਾਡੇ ਕੋਲ ਹੈ ਆਪਸ਼ਨ ਏ, ਯਾਨੀ ਕਿ ਅਸ਼ਾਂਤੀ ਮੰਡਲ, ਟ੍ਰੋਪੋਸਫੀਅਰ ਜਿਹਨੂੰ ਬੋਲਦੇ ਹਾਂ ਆਪਾਂ, ਜਿਹਦੇ ਵਿੱਚ ਸਾਰੀ ਅਸ਼ਾਂਤੀ ਠੀਕ ਹੈ ਹੈਗੀ ਹੈ। ਉਸ ਤੋਂ ਬਾਅਦ ਹੈ ਪ੍ਰਸ਼ਨ ਨੰਬਰ 27, ਇਹਦੇ ਨਾਲ ਸੰਬੰਧਿਤ ਹੀ ਆ ਗਿਆ। ਅਸ਼ਾਂਤੀ ਮੰਡਲ ਯਾਨੀ ਕਿ ਟ੍ਰੋਪੋਸਫੀਅਰ ਦੇ ਵਿੱਚ ਸਾਰੇ ਵਾਯੂਮੰਡਲ ਦੀ ਡੈਸ਼ ਪ੍ਰਤੀਸ਼ਤ ਹਵਾ ਪਾਈ ਜਾਂਦੀ ਹੈ। ਕਿੰਨੇ ਪ੍ਰਤੀਸ਼ਤ ਹਵਾ ਜਿਹੜੀ ਹੈ ਅਸ਼ਾਂਤੀ ਮੰਡਲ ਦੇ ਵਿੱਚ ਪਾਈ ਜਾਂਦੀ ਹੈ। ਤਾਂ ਆਪਸ਼ਨ ਇਹ ਰਾਈਟ ਆਨਸਰ ਹੈ, ਯਾਨੀ ਕਿ 75%, 75% ਹਵਾ ਜਿਹੜੀ ਹੈ ਟ੍ਰੋਪੋਸਫੀਅਰ ਦੇ ਵਿੱਚ ਹੀ ਪਾਈ ਜਾਂਦੀ ਹੈ। ਠੀਕ ਹੈ। ਪ੍ਰਸ਼ਨ ਨੰਬਰ 28, ਜੈਸਮੀਨ ਇੱਕ ਵਾਰ ਸ਼ਿਮਲੇ ਗਈ, ਉੱਥੇ ਬਹੁਤ ਜ਼ਿਆਦਾ ਵਰਖਾ ਹੋ ਰਹੀ ਸੀ। ਉਸਨੇ ਦੇਖਿਆ ਕਿ ਵਰਖਾ ਦਾ ਪਾਣੀ ਪਹਾੜੀ ਤੋਂ ਮਿੱਟੀ ਨੂੰ ਥੱਲੇ ਲੈ ਕੇ ਆ ਰਿਹਾ ਹੈ। ਜੈਸਮੀਨ ਨੇ ਆਪਣੇ ਪਿਤਾ ਜੀ ਨੂੰ ਪੁੱਛਿਆ ਤਾਂ ਪਤਾ ਲੱਗਿਆ ਕਿ ਇਸ ਨੂੰ ਡੈਸ਼ ਆਖਦੇ ਹਨ। ਵੀ ਪਾਣੀ ਦੁਆਰਾ ਮਿੱਟੀ ਨੂੰ ਨਾਲ ਲੈ ਕੇ ਜਾਣਾ ਕੀ ਹੁੰਦਾ ਹੈਗਾ। ਠੀਕ ਹੈ। ਇਸ ਨੂੰ ਕੀ ਕਹਿੰਦੇ ਆਪਾਂ, ਆਪਸ਼ਨ ਏ ਹੈਗਾ ਆਪਣੇ ਕੋਲੇ ਜਮਾ, ਭੌਂਖਰਨ, ਛਿੱਜਣ ਜਾਂ ਫਿਰ ਕੋਈ ਨਹੀਂ। ਤਾਂ ਇਹਨੂੰ ਬੋਲਦੇ ਬੇਟਾ ਆਪਾਂ ਭੌਂਖਰਨ, ਮਿੱਟੀ ਦਾ ਖੁਰਨਾ ਯਾਨੀ ਕਿ ਸੋਇਲ ਇਰੋਜ਼ਨ ਬੋਲਦੇ ਆਪਾਂ। ਆਪਸ਼ਨ 2 ਕਰੈਕਟ ਹੋ ਗਿਆ ਜੀ ਆਪਣੇ ਕੋਲ। ਪ੍ਰਸ਼ਨ ਨੰਬਰ 29, ਭੌਂ ਪਾਣੀ, ਹਵਾ ਅਤੇ ਸੂਰਜ ਦੀ ਗਰਮੀ ਧਰਤੀ 'ਤੇ ਹਰ ਪ੍ਰਕਾਰ ਦੀ ਜੂਨੀ ਮਤਲਬ ਜੀਵ ਜੰਤੂਆਂ ਨੂੰ ਜਨਮ ਦਿੰਦੀ ਹੈ। ਜਿੱਥੇ ਇਹਨਾਂ ਸਾਰੇ ਤੱਥਾਂ ਦਾ ਆਪਸੀ ਤਾਲਮੇਲ ਹੁੰਦਾ ਹੈ ਉੱਥੇ ਹੀ ਜੀਵਨ ਸੰਭਵ ਹੈ। ਇਸ ਤਾਲਮੇਲ ਖੰਡ ਨੂੰ ਕੀ ਆਖਦੇ ਹਨ। ਇਸ ਤਾਲਮੇਲ ਖੰਡ ਨੂੰ ਕੀ ਆਖਦੇ ਹਨ। ਥਲ ਮੰਡਲ, ਜਲ ਮੰਡਲ, ਵਾਯੂਮੰਡਲ ਜਾਂ ਫਿਰ ਜੀਵ ਮੰਡਲ। ਤਾਂ ਇਸ ਨੂੰ ਬੇਟਾ ਆਪਾਂ ਬਾਇਓਸਫੀਅਰ ਦੇ ਨਾਮ ਨਾਲ ਜਾਣਦੇ ਹਾਂ, ਯਾਨੀ ਕਿ ਜੀਵ ਮੰਡਲ ਦੇ ਨਾਮ ਨਾਲ ਜਾਣਦੇ ਹਾਂ। ਪ੍ਰਸ਼ਨ ਨੰਬਰ 30 ਔਰ ਆਖਰੀ ਪ੍ਰਸ਼ਨ ਬੇਟਾ ਆਪਣੇ ਕੋਲ, ਜਿਨ੍ਹਾਂ ਨੇ ਲਾਈਕ ਨਹੀਂ ਕੀਤਾ ਫਟਾਫਟ ਲਾਈਕ ਨਾਪ ਲਓ, ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਵੀ ਕਰ ਲਓ, ਘੰਟੀ ਵਾਲਾ ਬਟਨ ਫਟਾਫਟ ਦਬਾ ਲਓ। ਹਾਂਜੀ, ਆਖਰੀ ਪ੍ਰਸ਼ਨ। ਹਾਂਜੀ, ਅਕਬਰ ਨੇ ਰਾਜਪੂਤਾਂ ਨਾਲ ਕਿਹੋ ਜਿਹੇ ਸੰਬੰਧ ਕਾਇਮ ਕੀਤੇ। ਵਾਟ ਕਾਈਂਡ ਆਫ ਰਿਲੇਸ਼ਨਸ਼ਿਪ ਜਿਹੜਾ ਅਕਬਰ ਡਿਵੈਲਪ ਵਿਦ ਰਾਜਪੂਤਸ। ਤਾਂ ਉਹਨੇ ਦੋਸਤਾਨਾ ਸੰਬੰਧ ਸਥਾਪਿਤ ਕਰ ਲਏ ਸੀਗੇ, ਫਰੈਂਡਲੀ ਰਿਲੇਸ਼ਨਸ਼ਿਪਸ ਜਿਹੜੇ ਹੈਗੇ ਆ ਸਥਾਪਿਤ ਕਰ ਲਏ ਸੀਗੇ ਰਾਜਪੂਤਾਂ ਨਾਲ। ਠੀਕ ਹੈ। ਸੋ ਇਹ ਸੀ ਪੁੱਤਰ ਤੁਹਾਡੇ ਸਵਾਲ, ਸਾਰੇ ਪ੍ਰਸ਼ਨ ਤੁਹਾਡੇ ਹੱਲ ਹੋ ਚੁੱਕੇ ਔਰ ਉਮੀਦ ਆ ਤੁਹਾਡੇ ਸਾਰੇ ਮੈਕਸੀਮਮ ਜਿਹੜੇ ਆਨਸਰ ਸਹੀ ਗਏ ਹੋਣਗੇ। ਅਗਰ ਕੋਈ ਗਲਤ ਗਿਆ ਤਾਂ ਉਸ ਨੂੰ ਬੇਟਾ ਸਹੀ ਆਨਸਰ ਨੋਟ ਕਰ ਲਓ ਤਾਂ ਕਿ ਅੱਗੇ ਤੁਹਾਡੀ ਗਲਤੀ ਨਾ ਹੋਵੇ। ਠੀਕ ਹੈ। ਸੋ ਥੈਂਕਸ ਬੇਟਾ ਜੀ, ਟੇਕ ਕੇਅਰ, ਗੋਡ ਬਲੈਸ ਯੂ। ਮਿਲਦੇ ਨੈਕਸਟ ਵੀਡੀਓ 'ਚ।